प्रोग्राम ने, चाहे SSA के प्रोग्राम ने, चाहे साडे कोल नैशनल हॉर्टिकल्चर मिशन के प्रोग्राम ने, तो ये सारा जो असीं कन्वर्ज करके उत्थे नरेगा के ज़्यादा फायदे लै सकते। सो असीं ये सारियां स्कीमां नूं प्रॉपरली कन्वर्ज नहीं कर सकते। नहीं कर डेफिनेटली हाँ, ये गल बिल्कुल मैं इन्हां दी गल नाल सहमत हैगा। हुण समा हो गया एक ब्रेक का। ब्रेक तो बाद असीं पंजाब दे विच नरेगा दी नाकामयाबी बारे गलबात जारी रखांगे। ब्रेक तो बाद तुहाडा स्वागत है। असीं गल कर रहे हैं कि किस तरह पिंडां दे विच रोजगार के साधनां विच बेहतरी लिआंदी जा सकती है। पट्टी साहब, नरेगा बारे वर्ल्ड बैंक ने एक बड़ी इंटरस्टिंग टिप्पणी की है। वर्ल्ड बैंक का कहना है कि यह स्कीम करके पिंडां तो शहरों वाल जिहड़ी माइग्रेशन हो रही सी उहदे च ठल पई है, और ये माइग्रेशन बहुत जरूरी है आर्थिक विकास वास्ते। तुसीं इहदे नाल सहमत जी? बिल्कुल हाँ जी, ठीक है। मतलब इहदे नाल काफ़ी फर्क पिया हैगा कि जो लेबर जी पर्टिकुलर जो बाहरों लेबर आती सी वो घटी है। पर ये चंगी गल नहीं सकों कि जे पिंडां तो शहरों वाल जे माइग्रेशन घटी है तो एटलीस्ट पिंडां दे विच लोकी रह रहे हैं और उत्थे रोजगार मिल रहा है। उन्हें मिल गया डेफिनेट जिहड़ा खास तौर ते लेडी जिहड़ियां ने जिहड़ी कि उन्होंने मतलब इस स्कीम विच इन्वॉल्व होईयां ने, उन्होंने काफ़ी हद तक उन्होंने दी फैमिली इनकम विच वाधा होया हैगा। ਅਸੀਂ ਤਰਨਤਾਰਨ ਡਿਸਟ੍ਰਿਕਟ ਵਿੱਚ ਇੱਕ ਸਟੱਡੀ ਕਰਵਾਈ ਹੈ ਜਿਸ 'ਚ ਵੇਖਿਆ ਕਿ ਜਿਹੜੇ ਮਤਲਬ ਨਸ਼ਾ ਲੋਕ ਕਰਦੇ ਸੀ ਉਹ ਉਹਦੇ ਨਾਲ ਨਰੇਗਾ ਦੇ ਇੰਪਲੀਮੈਂਟ ਹੋਣ ਨਾਲ ਲੋਕਾਂ ਦਾ ਨਸ਼ਿਆਂ ਦਾ ਰੁਝਾਨ ਘਟਿਆ ਹੈ, ਕਿਉਂਕਿ ਉਹਨਾਂ ਨੂੰ ਨਰੇਗਾ 'ਚ ਕੰਮ ਮਿਲਿਆ। ਬੰਦੇ ਪਹਿਲਾਂ ਵਿਹਲੇ ਹੁੰਦੇ ਸੀ, ਉਹ ਹੁਣ ਉਹਨਾਂ ਨੂੰ ਕੰਮ ਮਿਲਣ ਕਰਕੇ ਜਿਹੜਾ ਉਹਨਾਂ ਦਾ ਰੁਝਾਨ ਡਿਫਰੈਂਟ ਹੋ ਗਿਆ ਹੈ। ਬਹੁਤ ਅੱਛੀ ਡਿਵੈਲਪਮੈਂਟ ਹੈ। ਪਰ ਕਿਸੇ ਸੀ ਤੁਹਾਨੂੰ ਇਹ ਹੈਰਾਨਗੀ ਨਹੀਂ ਜਿਹੜੀ ਵਰਲਡ ਬੈਂਕ ਦੀ ਇਹ ਟਿੱਪਣੀ ਹੈ ਇਹਦੇ ਤੇ? नहीं, ये बड़ी खुशी की गल है क्योंकि बेसिकली साडी इकोनॉमी रूरल इकोनॉमी है। ये शहरों च जिहड़ी साडी माइग्रेशन हो रही है ਉਹਦੇ ਨਾਲ ਇੱਕ ਹੋ ਰਿਹਾ ਸੀ कि स्लम डेवलपमेंट ਜਿਹੜੇ ਸਲਮਸ ਉੱਭਰ ਰਹੇ ਨੇ ਜੀ, ਜਿਵੇਂ ਲੁਧਿਆਣੇ ਦੇ ਆਲੇ ਦੁਆਲੇ 150 ਸਲਮ ਹੋ ਗਿਆ ਜੀ, ਬਠਿੰਡਾ ਸਾਰਾ ਪੰਜਾਬ ਹੀ ਹੋ ਗਿਆ। ਤੇ ਇਹਦੇ ਨਾਲ ਇੱਕ ਤਾਂ ਹੋਰ ਹੋਇਆ ਕਿ ਘੱਟੋ ਘੱਟ ਇਸ ਸਾਡੇ ਦਿਹਾਤੀ ਖੇਤਰਾਂ ਦੇ ਵਿੱਚ ਰੁਜ਼ਗਾਰ ਮੌਕੇ ਆਉਣ ਦੇ ਨਾਲ ਇਹਦੇ ਹੋਰ ਵੀ ਇੰਪੈਕਟ ਹੋਇਆ ਜਿਹੜਾ ਇੱਕ ਪੋਜ਼ਿਟਿਵ ਹੈ ਜਿਹਨੂੰ ਇਹ ਪੋਜ਼ਿਟਿਵ ਇੰਪੈਕਟ ਹੈ ਨਾ। ਵਰਲਡ ਬੈਂਕ ਐ ਇੰਡੀਕੇਟ ਕਰ ਰਿਹਾ ਕਿ ਇਹਦੇ ਨੈਗੇਟਿਵ ਇੰਪੈਕਟ ਹੋਇਆ ਵੈਸੇ ਨਹੀਂ। ਨੈਗੇਟਿਵ ਦੂਸਰੇ ਤਰੀਕੇ ਨਾਲ ਅਸੀਂ ਦੇਖਾਂਗੇ। ਵਰਲਡ ਬੈਂਕ ਦਾ ਜਿਹੜਾ ਨਜ਼ਰੀਆ ਹੈ ਉਹ ਪੋਸਟ ਲਿਬਰਲਾਈਜੇਸ਼ਨ ਦੇ ਦੌਰ ਦੇ ਵਿੱਚ ਮਾਰਕੀਟ ਦੀ ਥਿਊਰੀ ਦੇ ਮੁਤਾਬਕ ਹੈ। ਪਰ ਜੇ ਇੰਡੀਅਨ ਕੰਟੈਕਸਟ ਦੇ ਵਿੱਚ ਦੇਖੀਏ ਤਾਂ ਇਹਦੇ ਸੋਸ਼ੀਓ ਕਲਚਰਲ ਤੇ ਇਕਨੋਮਿਕ ਐਸਪੈਕਟ ਨੇ ਜਿਹੜੇ, ਹਾਂ ਬਸ਼ਰਤੇ ਕਿ ਇੱਕ ਜ਼ਰੂਰ ਹੋਊਗਾ ਕਿ ਸਕਿੱਲ ਜਿਹੜੀ ਅਸੀਂ ਇਹਦੇ ਨਾਲ ਜੋੜਨੀ ਪਊਗੀ, ਦੈਟ ਇਜ਼ ਓਨਲੀ ਫॉर ਅਨਸਕਿਲਡ ਲੇਬਰਰਸ, ਕਿ ਜੇ ਅਸੀਂ ਸਕਿੱਲ ਨੂੰ ਨਰੇਗਾ ਦੇ ਨਾਲ ਹੋਰ ਇਹਨਾਂ ਦਾ ਆਪਸ ਵਿੱਚ ਹੀ ਮੇਲ ਹੋ ਜੇ ਤਾਂ ਇਹਦਾ ਹੋਰ ਵੀ ਪੋਜ਼ਿਟਿਵ ਡਿਵੈਲਪਮੈਂਟ ਹੈ। ਕਿਉਂਕਿ ਇੰਡੀਅਨ ਕੰਟੈਕਸਟ ਦੇ ਵਿੱਚ ਓਵਰ ਪਾਪੂਲੇਸ਼ਨ ਜਿਹੜੀ ਸ਼ਹਿਰਾਂ ਦੀ ਹੈ ਉਹ ਸਾਡੇ ਲਈ ਬੜੀ ਜਿਹੜਾ ਹੈਗਾ ਉਹ ਕਾਊਂਟਰ ਪ੍ਰੋਡਕਟਿਵ ਹੈ, ਤੇ ਉਹਦੇ ਨਾਲ ਬਹੁਤ ਕੁਝ ਮੈਨੀਫੈਸਟੇਸ਼ਨਸ ਉਹਦੀਆਂ ਜਿਹੜੀਆਂ ਦੂਸਰੇ ਤਰੀਕੇ ਨਾਲ ਆ ਰਹੀਆਂ ਨੇ। ਤੇ ਜਿਹੜਾ ਦੂਸਰਾ ਪੱਖ ਹੈ ਸਾਡਾ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦਾ ਬਣਨਾ, ਛੋਟੇ ਛੋਟੇ ਕਸਬਿਆਂ ਦਾ ਬਣਨਾ, ਤੇ ਉਸ ਨਜ਼ਰੀਏ ਤੋਂ ਜਿਹੜਾ ਸਾਡਾ ਨਰੇਗਾ ਹੈ ਖਾਸ ਕਰਕੇ ਪੰਜਾਬ ਦੇ ਕੰਟੈਕਸਟ ਦੇ ਵਿੱਚ ਇੱਕ ਬਹੁਤ ਵਧੀਆ ਹੈ ਕਿ ਜੇ ਅਸੀਂ ਨਰੇਗਾ ਨੂੰ ਬਹੁਤ ਵਧੀਆ ਤਰੀਕੇ ਨਾਲ ਕਾਮਯਾਬ ਕਰ ਰਹੀਏ ਤਾਂ ਸਾਡਾ ਪਿੰਡ ਦੈਟ ਇਜ਼ ਨਾਟ ਅ ਵਿਲੇਜ, ਇਟ ਇਜ਼ ਇਹ ਹੈਗਾ ਸੈਮੀ ਅਰਬਨ ਐਗਲੋਮਰੇਸ਼ਨਸ ਨੇ, ਕੋਗਲੋਮਰੇਸ਼ਨਸ ਨੇ ਜਿਹੜੇ ਸਾਡੇ ਪਿੰਡ ਨੇ, ਤੇ ਉੱਥੇ ਨਰੇਗਾ ਦਾ ਇੱਕ ਬਹੁਤ ਵਧੀਆ ਐਸਪੈਕਟ ਹੈ। ਵਰਲਡ ਬੈਂਕ ਉਸ ਨਜ਼ਰੀਏ ਤੋਂ ਦੇਖਦੀ ਹੈ, ਪਰ ਪੰਜਾਬ ਦੇ ਨਜ਼ਰੀਏ ਤੋਂ ਮੈਂ ਇਸ ਗੱਲ ਤੋਂ ਮੈਨੂੰ ਲੱਗਦਾ ਹੈ ਕਿ ਇਟ ਇਜ਼ ਬਿਲਕੁਲ ਠੀਕ ਹੈ। ਸਰ ਮੈਂ ਇੱਕ ਐਡੀਸ਼ਨ ਕਰਨੀ ਚਾਹੂੰਗਾ ਕਿਉਂਕਿ ਜਿਹੜਾ ਨਰੇਗਾ ਐਕਟ ਦੇ ਨੀਚੇ ਜੋ ਸਕੀਮ ਚੱਲ ਰਹੀ ਹੈਗੀ ਹੈ, ਇਹ ਜੋ MS ਦਾ ਜੋ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਜਿਹੜਾ ਉਹਦਾ ਬਹੁਤ ਰੋਲ ਹੈਗਾ। ਨਰੇਗਾ ਦੀ ਆਪਣੀ ਵੈਬਸਾਈਟ ਹੈ ਜਿੱਥੇ ਤਕਰੀਬਨ 2.5 ਲੱਖ ਪੰਚਾਇਤਾਂ ਦਾ ਜਿਹੜਾ ਅਕਾਊਂਟ ਹੈ ਉਹ ਸਾਰਾ ਮੇਨਟੇਨ ਕੀਤਾ ਜਾ ਰਿਹਾ ਹੈਗਾ, ਔਰ ਇਹਨਾਂ ਟ੍ਰਾਂਸਪੇਰੈਂਸੀ ਜਿਹੜੀ ਹੈ ਉਹ ਕੰਮ ਵਿੱਚ ਬਹੁਤ ਜ਼ਿਆਦਾ ਆਈ ਜੀ। ਜ਼ੋਰਾ ਸਿੰਘ ਜੀ, ਇੱਕ ਹੋਰ ਆਲੋਚਨਾ ਨਰੇਗਾ ਦੀ ਇਹ ਹੈ ਕਿ ਜਿਹੜਾ ਨਰੇਗਾ ਥੱਲੇ ਕੰਮ ਹੁੰਦਾ ਵਾ ਉਹ ਪ੍ਰੋਡਕਟਿਵ ਨਹੀਂਗਾ, ਉਤਪਾਦਕ ਨਹੀਂ ਹੈਗਾ। ਤੁਹਾਨੂੰ ਇਹ ਲੱਗਦਾ ਵਾ? ਬਿਲਕੁਲ ਸਿੱਧੂ ਸਾਹਿਬ, ਮੈਂ ਤੁਹਾਡੇ ਨਾਲ ਸਹਿਮਤ ਹੋਣਾ ਚਾਹੁੰਦਾ, ਪਰ ਮੈਂ ਦੋ ਗੱਲਾਂ ਬਹੁਤ ਜ਼ਰੂਰੀ ਨੇ ਜਿਹੜੀਆਂ ਇੱਥੇ ਕਰਨਾ ਚਾਹੁੰਦਾ। ਇੱਕ ਤਾਂ ਦੇਖੋ ਇਸ ਸਕੀਮ ਨੂੰ ਇੰਪਲੀਮੈਂਟ ਕਰਨ ਵਾਸਤੇ ਤੇ ਇੱਕ ਸਕੀਮ ਨੂੰ ਲੋਕਾਂ ਵਿੱਚ ਪਹੁੰਚਾਉਣ ਵਾਸਤੇ ਸਰਕਾਰ ਨੇ ਟ੍ਰੇਨਿੰਗ ਇੰਸਟੀਚਿਊਸ਼ਨ ਬਣਾਇਆ ਸੀਗਾ 90 8 ਕਰੋੜ ਰੁਪਈਆ ਉਹਦੇ ਖਾਤਰ ਰੱਖਿਆ ਵੀ ਪੰਚਾਇਤਾਂ ਉੱਥੇ ਜਾ ਕੇ ਸਾਰਾ ਸਿਸਟਮ ਸਟੱਡੀ ਕਰਨੀਆਂ ਵੀ ਕਿਵੇਂ ਪੈਸਾ ਯੂਟਿਲਾਈਜ਼ ਕਰਨਾ, ਕਿਵੇਂ ਇਹਦੀਆਂ ਯੋਜਨਾਵਾਂ ਬਣਾਉਣੀਆਂ ਨੇ। ਤੇ ਮੇਰਾ ਖਿਆਲ ਹੈ ਵੀ ਉਹ ਪੈਸੇ ਨੂੰ ਪੂਰੀ ਤਰ੍ਹਾਂ ਯੂਟਿਲਾਈਜ਼ ਹੀ ਨਹੀਂ ਕੀਤਾ, ਕੋਈ ਪੰਚਾਇਤ ਉੱਥੇ ਸੱਦੀ ਨਹੀਂ ਗਈ 90। ਤੇ ਇਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਇਹ ਆਈ ਹੈ। ਦੂਜੇ ਪਾਸੇ ਮੈਂ ਇੱਕ ਹੋਰ ਗੱਲ ਤੁਹਾਨੂੰ ਬੜੀ ਜਾਣਕਾਰੀ ਜ਼ਰੂਰੀ ਦੇਣਾ ਚਾਹੁੰਦਾ ਕਿ ਇਹਨਾਂ ਨੇ ਉਹਦੇ ਵਿੱਚ ਸ਼ਡਿਊਲ ਰੱਖਿਆ ਕਿ 60% ਤੁਸੀਂ ਲੇਬਰ ਤੇ ਖਰਚ ਸਕਦੇ ਹੋ, 40% ਤੁਸੀਂ ਮਟੀਰੀਅਲ ਤੇ ਖਰਚ ਸਕਦੇ ਹੋ। ਹਾਲਾਂਕਿ ਬੇਸਿਕਲੀ ਜੇ ਤੁਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਚਾਹੋ, ਅੱਜ ਕੱਲ ਜਿਹੜਾ ਮਟੀਰੀਅਲ ਹੈ ਉਹ ਕਾਸਟਲੀ ਹੈ,
ਤੇ ਲੇਬਰ ਇਹਦੇ ਸਸਤੀ ਰੱਖੀ ਗਈ ਹੈ। ਉਲਟਾ ਹੋਣਾ ਚਾਹੀਦਾ, ਬੇਸਿਕਲੀ ਰੁਜ਼ਗਾਰ ਦੇਣ ਵਾਸਤੇ ਸਕੀਮ ਹੈ, ਸੋ ਇਸ ਕਰਕੇ ਜ਼ਿਆਦਾ ਪੈਸਾ ਜਿਹੜੇ ਕਨਵਰਜੈਂਸ ਹੈ, ਜੇ ਫੰਡਾਂ ਦਾ ਰਲੇਵਾਂ ਹੈਗਾ, ਉਹ ਵੀ ਇਹ ਚ ਆਪਾਂ ਐਡ ਕਰ ਸਕਦੇ ਹਾਂ। ਉਧਰੋਂ ਫੰਡ ਲੈ ਸਕਦੇ, ਜਿਹੜੇ ਉਹ ਚ ਪੈਸੇ ਲੈ ਜਾ ਸਕਦੇ ਹੈਗੇ ਨੇ। ਜਿੱਥੇ ਲੱਗਦਾ ਕਿ ਆਪਾਂ ਜਿਹੜਾ ਮਟੀਰੀਅਲ ਦਾ ਖਰਚਾ ਜ਼ਿਆਦਾ ਹੈਗਾ, ਜਿਵੇਂ ਕਿ ਮਤਲਬ ਪਾਦ ਨਿਰਮਾਣ ਜੀਵ ਸੇਵਾ ਕੇਂਦਰ ਜਿਹੜੇ ਮਤਲਬ ਪਿੰਡਾਂ 'ਚ ਤੇ ਬਲਾਕ ਲੈਵਲ ਤੇ ਜਿਹੜੇ ਐਸਟੈਬਲਿਸ਼ ਕੀਤੇ ਜਾ ਰਹੇ ਨੇ। ਸਾਡੇ ਤਰਨਤਾਰਨ ਡਿਸਟ੍ਰਿਕਟ 'ਚ 9 ਜਗ੍ਹਾ ਤੇ ਹੀ ਮਤਲਬ ਸ਼ੁਰੂ ਕੀਤੇ ਨੇ। ਜਿਹੜੇ ਮਤਲਬ ਬਲਾਕ ਲੈਵਲ ਤੇ ਉਹ 25,000 ਦੇ ਉੱਤੇ ਕਾਸਟ ਆਊਗੀ। ਉਹ ਇੱਕ ਵਧੀਆ ਐਸਪੈਕਟ ਹੈ ਕਿ ਜਿਹੜਾ ਨਰੇਗਾ ਦੇ ਬਲਾਕ ਲੈਵਲ ਤੇ ਉਹਨਾਂ ਦਾ ਆਫਿਸ ਆਪਣਾ ਹੋਊਗਾ, ਇੱਕ ਉਹਨਾਂ ਦਾ ਰਿਸੋਰਸ ਸੈਂਟਰ ਬਣ ਜਾਊਗਾ। ਸਿਮਿਲਰਲੀ ਇੱਕ ਪਿੰਡ ਲੈਵਲ ਜਿਹੜਾ ਗ੍ਰਾਮ ਪੰਚਾਇਤ ਲੈਵਲ ਤੇ ਜਿਹੜਾ ਹੈਗਾ, ਉਹ 10 ਲੱਖ ਰੁਪਏ ਖਰਚਾ ਆਉਣਾ ਉੱਤੇ ਹੈਗਾ ਉਹਨਾਂ ਵਾਸਤੇ, ਕਿ ਜਿਹੜਾ ਪੰਚਾਇਤ ਵਾਸਤੇ ਮੀਟਿੰਗ ਕਰਨ ਵਾਸਤੇ ਜਾਂ ਸੋਸ਼ਲ ਫੰਕਸ਼ਨਿੰਗ ਵਾਸਤੇ ਜਿਹੜਾ ਹੈਗਾ, ਉਹ ਜਿਹੜੇ ਹੈ ਭਾਰਤ ਨਿਰਮਾਣ ਸੇਵਾ ਕੇਂਦਰ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੇ। ਫੈਸਿਲਿਟੀਜ਼ ਬਣ ਗਈਆਂ ਇੱਕ ਤਰੀਕੇ ਦੀ। ਆਪਾਂ ਕਹਿ ਸਕਦੇ ਪੱਕੇ ਤੌਰ ਤੇ। ਜ਼ੋਰਾ ਸਿੰਘ ਜੀ, ਤੁਸੀਂ ਇੱਕ ਕਿਸਾਨ ਵੀ ਜੇ, ਕਿਸਾਨ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਕਣਕ ਦੀ ਜਾਂ ਝੋਨੇ ਦੀ ਬਿਜਾਈ ਜਾਂ ਕਟਾਈ ਹੁੰਦੀ ਆ, ਉਸ ਵੇਲੇ ਸਕੀਮ ਬੰਦ ਕਰ ਦੇਣੀ ਚਾਹੀਦੀ, ਕਿਉਂਕਿ ਉਦੋਂ ਲੇਬਰ ਦੀ ਕਾਫੀ ਸ਼ਾਰਟੇਜ ਹੁੰਦੀ ਪੰਜਾਬ ਦੇ ਵਿੱਚ? ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਤੁਹਾਡੀ ਨਾਲ, ਕਿਉਂਕਿ ਤੁਸੀਂ ਹੈਰਾਨ ਹੋਵੋਗੇ, ਆਤੋਂ ਅਸੀਂ ਜਦ ਪ੍ਰਾਇਮਰੀ ਐਜੂਕੇਸ਼ਨ ਲਿੱਤੀ ਹੈ, ਉਦੋਂ ਸਕੂਲਾਂ ਵਿੱਚ ਵੀ ਛੁੱਟੀਆਂ ਕਰ ਦਿੰਦੇ ਸੀਗੇ ਬੱਚਿਆਂ ਨੂੰ ਕਿ ਉਹ ਆਪਣੇ ਮਾਤਾ ਪਿਤਾ ਨਾਲ ਜਾ ਕੇ ਆਪਣੇ ਜਿਹੜੇ ਕਿਸਾਨੀ ਦਾ ਕਿੱਤਾ ਉਹਦੇ ਵਿੱਚ ਮਦਦ ਕਰਨ। ਅੱਜ ਪਤਾ ਨਹੀਂ ਕਿਉਂ ਇੰਨੇ ਸਾਲ ਬਾਅਦ ਆਪਾਂ ਉਸ ਚੀਜ਼ਾਂ ਨੂੰ ਇਗਨੋਰ ਕਰ ਰਹੇ ਹਾਂ। ਹਾਲਾਂਕਿ ਸਾਡੇ ਆ ਕੇ ਬਿਹਾਰ ਤੋਂ ਤਾਂ ਲੋਕ ਕਟਾਈ ਕਰਦੇ ਨੇ ਤੇ ਉਹਨਾਂ ਨੂੰ ਅਸੀਂ 3-3000 ਰੁਪਇਆ ਕਟਾਈ ਦਾ ਦੇ ਰਹੇ ਹਾਂ, ਵਢਾਈ ਦਾ ਦੇ ਰਹੇ ਹਾਂ। ਜੇ ਸਾਡੇ ਉਹ ਲੇਬਰ ਜਿਹੜੀ ਪਿੰਡ ਦੇ ਵਿੱਚ ਬੈਠੀ ਆ, ਅਗਰ ਉਹਨੂੰ ਅਸੀਂ ਉਧਰੋਂ ਕੰਮ ਬੰਦ ਕਰਕੇ ਆਪਣੇ ਕਿਸਾਨੀ ਦੇ ਵਿੱਚ ਮਦਦ ਲੈ ਲਾਂਗੇ ਤਾਂ ਮੇਰੇ ਖਿਆਲ ਹੈ ਬਹੁਤ ਵਧੀਆ ਗੱਲ ਹੋਊ। ਪਰ ਇਹ ਪੱਟੀ ਸਾਹਿਬ, ਮੈਂ ਥੋੜੀ ਗੱਲ ਨਾਲ ਸਹਿਮਤ ਨਹੀਂ ਗਾ ਕਿ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹੜਾ ਕਿ ਸਿਰਫ ਜੋ ਨਰੇਗਾ ਵਰਕਰ ਜਿਹੜੇ ਨੇ ਉਹ ਸਿਰਫ ਐਗਰੀਕਲਚਰ ਲੇਬਰ ਨਹੀਂ ਹੈਗੇ, ਬਾਕੀ ਵੀ ਜਿਹੜੇ ਹੈਗੇ ਨੇ ਉਹ ਵੀ ਕੰਮ ਕਰਦੇ ਨੇ। ਤੇ ਜਾਂ ਤਾਂ ਇੱਕਦਮ ਇਹਦੇ ਚ ਇੱਕ ਹੋਰ ਵੀ ਹੈ ਜੀ, ਐਜ਼ ਪਰ ਨਰੇਗਾ ਗਾਈਡਲਾਈਨਸ ਦੇ ਮੁਤਾਬਕ ਜੀ, ਇਹ ਜਿਹੜੀ ਪ੍ਰਕਿਰਿਆ ਲੀਨ ਸੀਜ਼ਨ ਦੀ ਪ੍ਰਕਿਰਿਆ ਜੀ, ਜਦੋਂ ਸਾਡਾ ਕੰਮ ਨਹੀਂ ਮਿਲਦਾ ਉਹ ਵੀ ਗੱਲ ਹੈਗੀ, ਜਦੋਂ ਸਾਡਾ ਕਿਉਂਕਿ ਬੇਸਿਕਲੀ ਸਾਡੀ ਜਿਹੜੀ ਜੋ 1 ਮਹੀਨੇ ਵਾਸਤੇ ਜੇ ਕੰਮ ਜਿਹੜਾ ਵਾ, ਕਿਉਂਕਿ ਆਫਟਰ ਆਲ ਕੰਮ ਤੇ 100 ਦਿਨ ਵਾਸਤੇ ਮਿਲਦਾ ਨਾ ਬੰਦੇ ਨੂੰ ਜਾਂ ਇੱਕ ਔਰਤ ਨੂੰ, ਤੇ ਜੋ 1 ਮਹੀਨੇ ਵਾਸਤੇ ਕੰਮ ਬੰਦ ਕਰ ਦਿੱਤਾ ਜਾਵੇ ਤਾਂ ਉਹਦਾ ਤਾਂ ਫਿਰ ਨਹੀਂ, ਫਿਰ ਕੋਈ ਗੱਲ ਨਹੀਂ, 100 ਦਿਨ ਪੂਰੇ ਨਹੀਂ ਹੋਣਗੇ ਉਹਨਾਂ ਦੇ ਤਾਂ ਵਿੱਚ ਮੈਨੂੰ ਬਰਸਾਤਾਂ ਵੀ ਆਉਣਗੀਆਂ ਨੇ ਜੀ। ਵਢਾਈ ਰਗਾਈ ਕਿੰਨੇ ਦਿਨਾਂ ਦੀ? ਬੜੀ ਕੋਸ਼ਿਸ਼ ਕੀਤੀ ਅਸੀਂ, ਸਾਨੂੰ ਕੋਈ ਲੱਗਾ ਨਹੀਂ ਇਦਾਂ ਜੇ ਆਪਾਂ ਬਿਲਕੁਲ ਕੰਮ ਮੇਰੇ ਹਿਸਾਬ ਨਾਲ ਮਤਲਬ ਕੰਟੀਨਿਊ। ਅਸੀਂ ਜੀ ਇੱਕ ਹੋਰ ਮੁੱਦਾ ਗੱਲ ਜੇ ਜਾਈਏ, ਭ੍ਰਿਸ਼ਟਾਚਾਰ ਇੱਕ ਬੜਾ ਵੱਡਾ ਮੁੱਦਾ ਵਾ। ਕਈ ਥਾਵਾਂ ਤੇ ਰਿਪੋਰਟਸ ਆ ਰਹੀਆਂ ਕਿ ਫੇਕ ਕੰਮ ਫੇਕ ਕੰਮ ਹੋ ਰਿਹਾ ਕਈ ਥਾਵਾਂ ਤੇ। ਸੋ ਤੁਹਾਨੂੰ ਲੱਗਦਾ ਕਿ ਜਿਹੜਾ ਸੋਸ਼ਲ ਆਡਿਟ ਹੈ ਜਿਹੜਾ, ਉਹਦੇ 'ਚ ਬਿਹਤਰੀ ਦੀ ਲੋੜ ਹੈ? ਇਹ ਪਹਿਲਾਂ ਭੱਟੀ ਸਾਹਿਬ ਹੋਰਾਂ ਨੇ ਇੱਕ ਗੱਲ ਬੜੀ ਪਿਆਰੀ ਕੀਤੀ ਸੀ ਜੀ। ਇੱਕ ਤਾਂ MIS ਪ੍ਰੋਗਰਾਮ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਸਾਡਾ ਸਾਊਂਡ ਹੋਣਾ ਚਾਹੀਦਾ ਹੈ। ICT ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਦੀ ਯੂਜ਼ ਜਿਹੜੀ ਵਰਤੋਂ ਆਨਲਾਈਨ ਹੋਣ ਕਰਕੇ, ਤੇ ਇੱਕ ਕੋਈ ਸ਼ੱਕ ਨਹੀਂ ਹੈ ਕਿਉਂਕਿ ਇਹ ਸਾਡਾ ਪ੍ਰੋਗਰਾਮ ਹੈ ਜਿਹੜਾ ਇਹ ਲੋਕਾਂ ਦਾ ਹੈ। ਇਹਦੇ ਲਈ ਸਾਡੇ ਕੋਲ ਸੋਸ਼ਲ ਮੋਨੀਟਰਿੰਗ ਕਮੇਟੀਆਂ ਗ੍ਰਾਮ ਸਭਾ ਚੋਂ ਅਸੀਂ ਲਿਆਉਣੀਆਂ ਨੇ। ਉਹ ਤੋਂ ਬਾਅਦ ਜਿਹੜਾ ਰਿਡਰੈਸਲ ਮੈਕੈਨਿਜ਼ਮ ਦੇ ਲਈ ਅਸੀਂ ਸਾਡੇ ਕੋਲ ਅੰਬਡਸਮੈਨ ਦੀ ਗੱਲ ਹੈਗੀ ਆ, ਸਾਰਾ ਕੁਝ ਹੈਗਾ। ਭ੍ਰਿਸ਼ਟਾਚਾਰ ਇੱਥੇ ਇੱਕ ਇਹੀ ਗੱਲ ਆ ਜਾਂਦੀ ਹੈ ਕਿ ਕੀ ਅਸੀਂ ਉਸ ਲੈਵਲ ਤੱਕ ਆਪਣੇ ਜਿਹੜੇ ਗ੍ਰਾਮ ਸਭਾ ਦੇ ਮੈਂਬਰਸ ਨੇ, ਪੰਚਾਇਤਾਂ ਨੂੰ ਜਾਗਰੂਕ ਜਾਂ ਐਜੂਕੇਟ ਕਰ ਸਕੇ। ਤੇ ਨੇਚਰਲੀ ਜਿੰਨਾ ਚਿਰ ਤੱਕ ਅਸੀਂ ਉਹ ਪੂਰੇ ਤਰੀਕੇ ਨਾਲ ਐਜੂਕੇਟ ਨਹੀਂ ਹੋਣਗੇ ਤਾਂ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਜਿਹੜਾ ਸਰਪੰਚ ਹੈ ਜੋ ਇਹਨੂੰ ਮੋਨੀਟਰ ਕਰਦਾ, ਉਹਨੂੰ ਉਹਦੇ ਵਾਸਤੇ ਪੈਸੇ ਕਿੰਨੇ ਕੁ ਮਿਲਦੇ ਆ? ਇਹਦੇ ਵਿੱਚ ਇਹਨਾਂ ਨੇ ਦੱਸਿਆ ਸੀ 6% ਸਾਡੇ ਕੋਲ ਜਿਹੜਾ ਸਾਰਾ ਉਹਦੇ ਵਿੱਚ ਹੈਗੇ ਫੰਡਸ ਨੇ, ਜਿਹੜੇ 6% ਦੇ ਵਿੱਚ ਮੈਨੇਜਮੈਂਟ ਸਾਰਾ ਕੁਝ ਤੁਸੀਂ ਕਰਨਾ ਜਿਹੜਾ ਮੋਨੀਟਰ। ਜ਼ੋਰਾ ਸਿੰਘ, ਮੈਂ ਸੁਣਿਆ ਕਈ ਸਟੇਟਾਂ ਦੇ ਵਿੱਚ ਸ਼ਾਇਦ ਮੋਨੀਟਰਿੰਗ ਵਾਸਤੇ ਜ਼ਿਆਦਾ ਪੈਸਾ ਮਿਲਦਾ ਸਰਪੰਚਾਂ ਨੂੰ। ਸਰਪੰਚਾਂ ਨੂੰ ਸਾਡੇ ਦਾ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਮੇਰੇ ਮੂੰਹ ਤੋਂ ਕਿ ਅਸੀਂ ਇੱਕ ਸਰਪੰਚ ਨੂੰ ਜਿਹੜਾ ਭੱਤਾ ਦੇ ਰਹੇ ਹਾਂ 600 ਰੁਪਏ, ਇੱਕ ਚੌਕੀਦਾਰ ਨੂੰ 800 ਰੁਪਏ, ਤੇ ਦੂਜੇ ਪਾਸੇ ਕੇਰਲਾ ਸਟੇਟ ਦੇ ਵੀ 5,500 ਰੁਪਏ ਮਿਲ ਰਿਹਾ ਉਹਨੂੰ ਮੈਨੇਜਮੈਂਟ ਕਰਨ ਵਾਸਤੇ। ਪਰ ਮੈਂ ਇੱਥੇ ਨਾਲ ਇਹ ਗੱਲ ਵੀ ਐਡ ਕਰਨਾ ਚਾਹੂੰਗਾ ਕਿ ਜਿਹੜੀ ਐਜੂਕੇਸ਼ਨ ਹੈ ਸਰਪੰਚ ਵਾਸਤੇ ਉਹ ਲਾਜ਼ਮੀ ਨਹੀਂ ਹੈ। ਉਹ ਉਸ ਚੀਜ਼ ਨੂੰ ਕਿਵੇਂ ਕਰ ਲੂਗਾ? ਮੈਂ ਤਾਂ ਇਸੇ ਗੱਲ ਵਿੱਚ ਫਿਰ ਤੁਹਾਨੂੰ ਦੁਬਾਰਾ ਕਹਿਣਾ ਚਾਹੁੰਦਾ ਕਿ ਇਹਦੀ ਮੈਨੇਜਮੈਂਟ ਹੈ ਜਿਹੜੀ ਉਹ ਪ੍ਰੋਪਰ ਤਰੀਕੇ ਨਾਲ ਹੋਵੇ, ਕਿਉਂਕਿ ਉਹਦੇ ਵਿੱਚ ਆਪਾਂ ਨੂੰ ਇਹ ਜਿਵੇਂ ਸਰਕਾਰਾਂ ਕਹਿੰਦੀਆਂ ਨੇ, ਸੈਂਟਰ ਸਰਕਾਰ ਇੱਥੇ ਪੰਜਾਬ ਸਰਕਾਰ ਵੀ ਜਾ ਕੇ ਕਹਿੰਦੀ ਹੈ ਕਿ 15 ਪੈਸੇ ਸਿਰੇ ਪਹੁੰਚਦੇ ਨੇ, ਤੇ ਇਹ 15 ਪੈਸੇ ਜਿਹੜੇ ਪਹੁੰਚਦੇ ਨੇ ਉਹ ਵੀ ਨਹੀਂ ਮੇਰੇ ਖਿਆਲ ਸ਼ਾਇਦ ਪੱਕੇ ਤਰੀਕੇ ਨਾਲ ਨਹੀਂ ਪਹੁੰਚਦੇ, ਕਿਉਂਕਿ ਗਾਂ ਜਿਹੜੀ ਜਿਹੜਾ ਪੈਸਾ ਪਹੁੰਚਦਾ ਵਾ ਕਿਸਾਨਾਂ ਨੂੰ ਜਾਂ ਜਿਹੜੇ ਵਰਕਰ ਹੈ, ਜਿਹੜੇ ਲੇਬਰ ਹੈ ਜਿਹੜੀ, ਉਹ ਤੇ ਡਾਕਖਾਨਿਆਂ ਦੇ ਜ਼ਰੀਏ ਜਾਂ ਨਰੇਗਾ ਦੇ ਬੈਂਕਾਂ ਦੇ ਜ਼ਰੀਏ ਪਹੁੰਚਦਾ ਉਹਨਾਂ ਨੂੰ। ਮੈਨੂੰ ਲੱਗਦਾ ਕਿ ਇੰਨਾ ਜਿਹੜਾ ਮਤਲਬ ਜਿਵੇਂ ਕ੍ਰਿਟਿਸਿਜ਼ਮ ਹੋ ਰਹੀ ਕਿ ਮਤਲਬ ਮਿਸਯੂਜ਼ ਹੋ ਰਿਹਾ ਹੈਗਾ, ਮਤਲਬ ਕਿਉਂਕਿ ਹਰੇਕ ਦਾ ਜਿਹੜਾ ਲੇਬਰਰ ਹੈ ਜਾਂ ਜਿਹੜਾ ਨਰੇਗਾ ਵਰਕਰ ਹੈ ਉਹਦਾ ਕਿਸੇ ਨਾ ਕਿਸੇ ਬੈਂਕ ਵਿੱਚ ਅਕਾਊਂਟ ਚੱਲ ਰਿਹਾ ਹੈਗਾ, ਔਰ ਜੋ ਪੈਸੇ ਜਿਹੜੇ ਜਾਣੇ ਵਾਲੇ ਹਫ਼ਤੇ ਬਾਅਦ ਉਹਦੇ ਜਿਹੜੇ ਉਹਦੇ ਅਕਾਊਂਟ ਵਿੱਚ ਪੈਸੇ ਜਾਂਦੇ ਨੇ। ਸੋ ਤੁਹਾਨੂੰ ਲੱਗਦਾ ਵੀ ਐਗਜ਼ੈਜਰੇਸ਼ਨ ਹੈ, ਕੋਈ ਇੰਨੀ ਹੇਰਾਫੇਰੀ ਬੇਈਮਾਨੀ ਹੈ ਨਹੀਂ? ਕਾਫੀ ਹੱਦ ਤੱਕ ਮੈਂ ਕਿਹਨਾਂ ਦੀ ਗੱਲ 'ਚ ਹੋਰ ਐਡ ਕਰਾਂਗਾ ਕਿ ਦਿਸ ਇਜ਼ ਦਾ ਓਨਲੀ ਸਕੀਮ ਜਿੱਥੇ ਕੰਪੈਰੀਟਿਵਲੀ ਅਕਾਊਂਟੇਬਿਲਟੀ ਤੇ ਟਰਾਂਸਪੇਰੈਂਸੀ ਜ਼ਿਆਦਾ ਹੈ।
ਹੁਣ ਤੱਕ ਦੀਆਂ ਜੇ ਸਾਡੀਆਂ ਬੇਜ ਇੰਪਲੋਇਮੈਂਟ ਸਕੀਮਸ ਨੂੰ ਦੇਖੀਏ ਜਾਂ ਦੂਜਿਆਂ ਨੂੰ ਦੇਖੀਏ, ਕੰਪੈਰੀਟਿਵਲੀ ਮੈਂ ਨਹੀਂ ਕਹਿੰਦਾ ਕਿ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋ ਗਿਆ, ਪਰ ਦੈਟ ਇਜ਼ ਕੰਪੈਰੀਟਿਵਲੀ ਵਧੀਆ ਪ੍ਰੋਗਰਾਮ ਹੈ ਕਿਉਂਕਿ ਆਨਲਾਈਨ ਹੈ ਤੇ ਆਨਲਾਈਨ ਦੇ ਵਿੱਚ ਐਵਰੀਬਾਡੀ ਇਜ਼ ਅਕਾਊਂਟੇਬਲ। ਸੱਧੂ ਸਾਹਿਬ 10 ਦਿਨ ਪਹਿਲਾਂ ਦੀ ਉਹ ਗੱਲ ਹੈ, ਜਿਹੜੇ ਸੈਂਟਰ ਸਰਕਾਰ ਨੇ ਕੱਚੇ ਮਕਾਨਾਂ ਲਈ ਪੱਕੇ ਕਰਨ ਲਈ ਪੈਸੇ ਦਿੱਤੇ ਸੀਗੇ, ਉਹਨਾਂ ਬੰਦਿਆਂ ਦੇ ਹਾਲਾਂਕਿ ਜਿਵੇਂ ਇਹਨਾਂ ਨੇ ਕਹਿੰਦੇ ਆ ਕਿ ਥਰੂ ਚੈੱਕ ਪੇਮੈਂਟ ਹੈਗੀ ਹੈ, ਥਰੂ ਅਕਾਊਂਟ ਪੇਮੈਂਟ ਹੈਗੀ ਹੈ, ਅਸੀਂ ਉਹਨਾਂ ਬੰਦਿਆਂ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾਗਾ, ਉਹਨਾਂ ਨੇ ਐਫੀਡੇਵਿਟ ਪੇਸ਼ ਕੀਤੇ ਨੇ ਕਿ ਸਾਡੇ ਕੋਲ ਤਾਂ ਪੈਸਾ ਆਇਆ ਹੀ ਨਹੀਂ ਹੈ। 35,000 ਰੁਪਇਆ ਲੋਕਾਂ ਦਾ ਪਤਾ ਨਹੀਂ ਕਿਵੇਂ ਚੈੱਕ ਕਿਸ ਬੰਦੇ ਨੇ ਇਹ ਕਹਿ ਸਕਦੇ ਕਿ ਮਤਲਬ ਹੋਰ ਸਕੀਮਾਂ ਦਾ ਜੇ ਉਹ ਚ ਨੈਗੇਟਿਵ ਇਫੈਕਟ ਤੇ ਮਤਲਬ ਨਰੇਗਾ ਨਾਲ ਨਹੀਂ ਜੋੜਨਾ ਚਾਹੀਦਾ ਸਾਨੂੰ ਇਹਦਾ। ਨਹੀਂ, ਕੁਐਸਚਨ ਇਸ ਕਿ ਤੁਸੀਂ ਵੀ ਹੁਣ ਕਹਿੰਦੇ ਆ ਕਿ ਉਹਦੇ ਖਾਤੇ ਇਹਨਾਂ ਨੇ ਐਗਜ਼ਾਮਪਲ ਦਿੱਤੇ ਆ ਨਾ ਜੀ, ਕਈ ਪਿੰਡਾਂ ਦੇ ਸਰਪੰਚ ਉੱਥੇ ਆਏ, ਉਹਨਾਂ ਖਾਤੇ ਨਾ ਖੋਲੇ ਹੁਣ ਉਹਨਾਂ ਦੇ ਮੇ ਵੀ ਪੋਸੀਬਲ ਨਹੀਂ, ਬਿਨਾਂ ਜਦ ਤੁਸੀਂ ਪੇਜ ਅਕਾਊਂਟ ਚੈੱਕ ਦਿੰਦੇ ਨੇ ਤਾਂ ਉਹ ਬਿਨਾਂ ਖਾਤੇ ਦੇ ਤਾਂ ਕੈਸ਼ ਹੀ ਨਹੀਂ ਹੋ ਸਕਦਾ। ਦੇਖਣਾ ਪਊਗਾ ਮਤਲਬ ਕੀ ਕੇਸ ਹੈਗਾ। ਪੱਟੀ ਸਾਹਿਬ, ਇੱਕ ਹੋਰ ਵੀ ਫੀਲਿੰਗ ਆ ਕਿ ਨਰੇਗਾ ਜਿਹੜੀ ਆ ਇਹ ਸਹਿਭਾਗੀ ਸੰਚਾਲਨ ਯਾਨੀ ਪਾਰਟਿਸਿਪੇਟਿਵ ਗਵਰਨੈਂਸ ਵਾਲੇ ਬੜਾ ਸਹੀ ਕਦਮ ਹੈ, ਤੁਸੀਂ ਫੀਲ ਕਰਦੇ ਜੀ? ਚਲੇ ਅਸੀਂ ਕਿਉਂਕਿ ਹੁਣ ਜਿਹੜਾ ਮਤਲਬ ਸੋਸ਼ਲ ਆਡਿਟ ਦੀ ਗੱਲ ਕੀਤੀ ਹੈਗੀ ਆ, ਹੁਣ ਜਿਹੜੀ ਤਰਨਤਾਰਨ ਡਿਸਟ੍ਰਿਕਟ ਵਿੱਚ 15 ਅਪ੍ਰੈਲ ਤੋਂ 31 ਮਈ ਤੱਕ ਅਸੀਂ ਮਤਲਬ ਸੋਸ਼ਲ ਆਡਿਟ ਕਰਵਾ ਰਹੇ ਹਾਂ ਹਰੇਕ ਪੰਚਾਇਤ ਦਾ, ਚਾਹੇ ਉੱਥੇ ਫੰਡ ਗਏ ਚਾਹੇ ਨਹੀਂ ਗਏਗੇ, ਇਹ ਵੇਖਣ ਵਾਸਤੇ ਕਿੰਨਾ ਕੁ ਉਹ ਪਿੰਡ ਵਿੱਚ ਜਿਹੜੀ ਉਹ ਸਕੀਮ ਸਕਸੈਸਫੁਲ ਹੈਗੀ ਹੈ। ਔਰ ਜਿਹੜੇ ਉਸ ਪਿੰਡ ਦੀ ਗ੍ਰਾਮ ਸਭਾ ਹੈ, ਜੇ ਸਾਰੇ ਹੀ ਮੈਂਬਰ ਜਿਹੜੇ ਉਹਦੇ ਜੋ ਉਹਦੇ ਵੋਟਰਸ ਨੇ ਉਹ ਸਾਰੇ ਪਾਰਟਿਸਿਪੇਟ ਕਰਦੇ ਨੇ। ਅਸੀਂ ਵੇਖਿਆ ਔਰ NGO ਜਿਹੜੇ ਹੈਗੇ ਪਰਟੀਕੂਲਰ ਉਸ ਪਿੰਡ ਦੀ ਜਿਹੜੀਆਂ ਯੂਥ ਕਲੱਬਾਂ ਨੇ ਉਹਨਾਂ ਨੇ ਵਧੀਆ ਪਾਰਟਿਸਿਪੇਟ ਕਰ ਰਹੇ ਨੇ, ਉਹ ਸਾਨੂੰ ਵਧੀਆ ਰਿਸਪੌਂਸ ਉਹਨਾਂ ਦਾ ਆ ਰਿਹਾ ਹੈਗਾ। ਕੇਸਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਵੀ ਲੋਕਾਂ ਨੂੰ ਗਵਰਨੈਂਸ ਦੇ ਨਾਲ ਡਿਵੈਲਪਮੈਂਟ ਵਰਕਸ ਦੇ ਨਾਲ ਜੋੜਨ ਲਈ ਹੋਰ ਕੀ ਕਰਨ ਦੀ ਲੋੜ ਹੈ? ਪਹਿਲੀ ਗੱਲ ਤਾਂ ਜੀ ਕਿ ਸਾਨੂੰ ਗ੍ਰਾਸ ਰੂਟ ਲੈਵਲ ਤੇ ਜਾ ਕੇ ਲੋਕਾਂ ਨੂੰ ਐਜੂਕੇਟ ਤੇ ਅਵੇਅਰ ਕਰਨ ਦੀ ਸਾਰਿਆਂ ਨਾਲੋਂ ਵੱਡੀ ਜ਼ਰੂਰਤ ਹੈ ਅੱਜ ਦੇ ਸਮੇਂ ਦੀ। ਜਿਹੜੀ ਕੱਲੀ ਨਰੇਗਾ ਸਕੀਮ ਦੇ ਨਾਲ ਨਹੀਂ, ਓਵਰਆਲ ਜਿਹੜੀਆਂ ਸਾਡੀਆਂ ਰੂਰਲ ਡਿਵੈਲਪਮੈਂਟ ਦੇ ਨਾਲ ਜੁੜੀਆਂ ਸਕੀਮਾਂ ਨੇ। ਤੇ ਦੂਸਰਾ ਗੱਲ ਹੈ ਟੋਟੈਲਿਟੀ ਦੇ ਵਿੱਚ ਲੋਕਾਂ ਨੂੰ ਚੇਤਨ ਕਰਨ ਦੀ ਜ਼ਰੂਰਤ ਹੈ ਕਿ ਵਿਕਾਸ ਦੇ ਨਜ਼ਰੀਏ ਤੋਂ ਜਿਹੜਾ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ, ਜੇ ਅਸੀਂ ਇਹਦੇ ਵਿੱਚ ਲੁਪਤ ਹੋ ਗਏ ਤਾਂ ਅਸੀਂ ਬਹੁਤ ਬੁਰੀ ਤਰ੍ਹਾਂ, ਕਿਉਂਕਿ ਆਲਰੇਡੀ ਸਾਡੀ ਪੋਜੀਸ਼ਨ ਬਹੁਤ ਮਾੜੀ ਹੈ। ਜਿਹੜੇ 7-8 ਕੰਮ ਲਿਸਟਡ ਆ ਉਹਦੇ ਚ ਹੋਰ ਵੀ ਕੰਮਾਂ ਦੀ ਐਡੀਸ਼ਨ ਕਰਨ ਦੀ ਲੋੜ ਹੈ। ਪੰਜਾਬ ਦੇ ਕੰਟੈਸਟ ਦੇ ਵਿੱਚ ਤਾਂ ਐਡੀਸ਼ਨ ਕਰਨ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਨਾਲ ਜੋੜਨ ਦੀ ਜ਼ਰੂਰਤ ਹੈ ਜੀ। ਕਿਉਂਕਿ ਜਿਵੇਂ ਹੁਣ ਤੁਸੀਂ ਪਹਿਲਾਂ ਭੱਟੀ ਸਾਹਿਬ ਉਹਨਾਂ ਨੇ ਗੱਲ ਕੀਤੀ ਸੀ, ਸਾਡੇ ਕੋਲ ਇੱਕ ਬਹੁਤ ਵੱਡਾ ਵਰਗ ਹੈ ਮਾਰਜਨਲ ਤੇ ਸਮਾਲ ਪੀਸੈਂਟਰੀ ਦਾ, ਆਲਮੋਸਟ ਮਤਲਬ 40% ਹੋ ਹੀ ਗਏ ਕਿਸਾਨ। ਹੁਣ ਉਹਨਾਂ ਦੀ ਜ਼ਮੀਨ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਰਨਾ ਥਰੂ ਨਰੇਗਾ ਅਸੀਂ ਵੀ ਕੈਨ ਮਤਲਬ ਕਨਵਰਟ, ਫਿਰ ਉਹਨਾਂ ਲੋਕਾਂ ਨੂੰ ਮਤਲਬ ਵਿੱਚ ਪਾਰਟਿਸਿਪੇਟ ਕਰਨਾ ਪਊਗਾ ਐਜ਼ ਅ ਵਰਕਰ। ਹਾਂ, ਉਹ ਆਪਣੀ ਜ਼ਮੀਨ ਦਾ ਆਪ ਹੀ ਪੁਲਿਸ ਸਾਹਿਬ, ਮੈਂ ਤੁਹਾਡੇ ਤੋਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਵਾਂ। ਜਦੋਂ ਕਟਾਈ ਜਾਂ ਬਿਜਾਈ ਦਾ ਸਮਾਂ ਹੁੰਦਾ ਵਾ, ਜਿਹੜਾ ਫਾਰਮ ਲੇਬਰ ਆ ਉਹਨੂੰ ਵੀ ਇਸ ਸਕੀਮ ਦੇ ਵਿੱਚ ਲਿਆਂਦਾ ਜਾ ਸਕਦਾ ਕਿਸੇ ਤਰੀਕੇ ਨਾਲ, ਭਾਵੇਂ ਉਹ ਤਾਂ ਪੈਸੇ ਜ਼ਿਮੀਂਦਾਰੀ ਦੇਵੇ? ਨਹੀਂ, ਮੈਂ ਉਹਦੇ ਦੇਖੋ ਹੁਣ ਦਿਹਾੜੀ 200 ਰੁਪਏ ਸਰ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ, ਜੇ 130 ਰੁਪਏ ਦੇ ਦੇਣਗੇ ਤਾਂ ਬਾਕੀ ਪੈਸੇ ਜ਼ਿਮੀਂਦਾਰ ਦੇ ਦੂਗਾ। ਬਿਲਕੁਲ, ਉਹ ਹੋਣੀ ਚਾਹੀਦੀ ਹੈ, ਕੰਪਨਸੇਟ ਹੋ ਜਾਣਾ ਉਹਨੂੰ, ਲੇਬਰ ਤਾਂ ਉਹਨੂੰ ਮਿਲ ਹੀ ਜਾਣੀ ਹੈ। ਹੋਰ ਇਹਨੂੰ ਬਿਹਤਰ ਬਣਾਉਣ ਲਈ ਕੀ ਕਰਨ ਦੀ ਲੋੜ ਹੈ? ਮੇਨ ਕਨਵਰਜਨ ਦੀ ਗੱਲ ਹੈ। ਦੂਜਾ ਜਿਹੜਾ ਕਿ ਜਿਹੜੇ NGO ਜਿਹੜੇ ਹੈਗੇ ਨੇ ਪਿੰਡਾਂ ਦੇ ਜਿਹੜੇ ਲੈ ਕੇ ਉਹਨਾਂ ਨੂੰ ਇਹ ਜ਼ਿਆਦਾ ਪਾਰਟਿਸਿਪੇਟ ਕਰਨ ਦੀ ਲੋੜ ਹੈ, ਤਾਂ ਕਿ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੈਗਾ, ਉਹ ਲੋਕਾਂ ਨੂੰ ਪ੍ਰੋਪਰਲੀ ਐਜੂਕੇਟ ਕਰ ਸਕਦੇ ਨੇ। ਜ਼ੁਰਾ ਸਿੰਘ ਜੀ, ਕਿਉਂਕਿ ਸਮਾਂ ਹੁਣ ਹੋ ਰਿਹਾ ਵਾ, ਲਾਸਟ ਵਰਡ ਫਰਮ ਯੂ, ਹੋਰ ਇਹਦੇ ਵਿੱਚ ਕੀ ਕਰਨ ਦੀ ਲੋੜ? ਮੈਂ ਇਹ ਚਾਹੁੰਦਾ ਜੀ, ਪਹਿਲਾਂ ਇਹ 5 ਈਅਰ ਹੋ ਗਏ, ਕੁਐਸਚਨ ਇਸ ਕਿ ਇਹਨੂੰ ਅੱਛੀ ਤਰ੍ਹਾਂ ਇੰਪਲੀਮੈਂਟ ਕਰਨ ਵਾਸਤੇ ਆਪਣਾ ਗ੍ਰਾਸ ਰੂਟ ਤੇ ਜਾਣਾ ਪਊਗਾ। ਇਹਦੀ ਚੰਗੀ ਮਿਨੋਰਿਟੀ ਹੋਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਹਿਸਾਬ ਕਿਤਾਬ ਹੈ ਇਹ ਕੰਪਿਊਟਰਾਈਜ਼ਡ ਹੋਣਾ ਚਾਹੀਦਾ। ਇਹ ਤਾਂ ਨਾਲ ਦੀ ਨਾਲ ਚਲੇ ਜਾਵੇ, ਰੋਜ਼ ਰਿਪੋਰਟ ਜਾ ਸਕਦੀ ਹੈ ਸ਼ਾਮ ਨੂੰ। ਜੇ ਕੰਪਿਊਟਰਾਈਜ਼ ਕਰਨ ਲਈ ਪਹਿਲਾਂ ਪਿੰਡਾਂ ਦੇ ਵਿੱਚ ਕੰਪਿਊਟਰ ਪਹੁੰਚਾਉਣੇ ਪੈਣੇ ਨੇ। ਜੇ ਕੰਪਿਊਟਰ ਪਹੁੰਚਾਉਣੇ ਪੈਣੇ ਨਾਲ ਉਹਨਾਂ ਨੂੰ ਜਾ ਸਕਦੇ ਸਰ, ਇਸੇ ਸਕੀਮ ਵਿੱਚੋਂ ਲਏ ਜਾ ਸਕਦੇ ਨੇ, ਉਹ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ। ਜਿਹੜੇ ਆਪਾਂ ਮਤਲਬ ਭਾਂਦਰਮਾ ਸੇਵਾ ਕੇਂਦਰਾਂ ਦੀ ਗ੍ਰਾਮ ਪੰਚਾਇਤ ਲੈਵਲ ਤੇ ਗੱਲ ਕਰਨ, ਨੈਚੁਰਲੀ ਉਹ ਇੱਕ ਸੋਰਸ ਹੈਗਾ ਜਿੱਥੇ ਆਪਾਂ ਮਤਲਬ ਇਹਨਾਂ ਦੇ ਆਫਿਸ ਖੁੱਲੇ ਜਾ ਸਕਦੇ ਹੈਗੇ। ਕੇਸਰ ਸਿੰਘ ਜੀ, ਇਹ ਸਾਰੇ ਸਟੈਪ ਪੋਸੀਬਲ ਹੈਗੇ? ਤੁਹਾਡਾ ਕੀ ਐਕਸਪੀਰੀਅੰਸ? ਇਹਦੇ ਵਿੱਚ ਬੜੇ ਚਾਂਸਸ ਹੈ ਜੀ। ਤੇ ਪਰ ਇੱਕ ਗੱਲ ਮੈਂ ਜਾਂਦੇ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਕੰਟੈਸਟ ਦੇ ਵਿੱਚ ਖਾਸ ਕਰਕੇ ਦੱਖਣੀ ਪੰਜਾਬ ਹੈ ਜਿਹੜਾ, ਸਾਡੇ ਜਿਹੜੇ ਫਿਰੋਜ਼ਪੁਰ, ਮੁਕਤਸਰ, ਬਰਨਾਲਾ, ਇਹਨਾਂ ਡਿਸਟ੍ਰਿਕਟਸ ਦੇ ਵਿੱਚ ਜਿੱਥੇ ਐਗਰੀਕਲਚਰ ਪਿਛੜੇ ਡਿਸਟ੍ਰਿਕਟ ਇਵਨ ਤਰਨਤਾਰਨ ਆਲਸੋ, ਕਿਉਂਕਿ ਉੱਥੇ ਐਗਰੀਕਲਚਰ ਬੇਸ ਲੇਬਰ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੈ। ਉੱਥੇ ਸਾਨੂੰ ਹੋਰ ਇਹਨਾਂ ਨੂੰ ਨਰੇਗਸ ਵਰਕਸ ਨੇ ਜਿਹੜੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਸਿਲੈਕਸ਼ਨ ਕਰਕੇ ਵੱਡੇ ਪੱਧਰ ਦੇ ਉੱਤੇ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ। ਫੰਡਸ ਸਾਡੇ ਕੋਲ ਹੈਗੇ ਆ। ਸਾਡੇ 11ਵੀਂ ਪਲਾਨ ਦੇ ਵਿੱਚ ਸਾਡੇ ਕੋਲ 6000 ਕਰੋੜ ਰੁਪਏ ਦਾ ਅਸੀਂ ਪ੍ਰੋਵੀਜ਼ਨ ਸੀ ਆਊਟਲੇ ਤੇ ਵਿੱਚੋਂ ਅਸੀਂ ਵਰਤ ਕਿੰਨੇ ਕ ਸਕੇ ਆ। 4 ਸਾਲ ਲੰਘ ਗਏ, ਇਹਦਾ ਮਤਲਬ ਕੁਝ ਇਹਦਾ ਫੋਕਸ ਏਰੀਆਜ਼ ਆਇਡੈਂਟੀਫਾਈ ਕਰਨ ਦੀ ਬਹੁਤ ਧੰਨਵਾਦ। ਚੰਗੀ ਗੱਲ ਹੈ, ਬਹੁਤ ਧੰਨਵਾਦ ਤੁਸੀਂ ਇਸ ਡਿਸਕਸ਼ਨ ਦੇ ਵਿੱਚ ਆਏ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਏਮਪਲੋਇਮੈਂਟ ਗਾਰੰਟੀ ਸਕੀਮ ਇੱਕ ਚੰਗਾ ਵਿਚਾਰ ਅਤੇ ਟੀਚਾ ਹੈ ਜਿਸ ਕਰਕੇ ਲੋਕੀ ਭੁੱਖਮਰੀ ਦਾ ਸ਼ਿਕਾਰ ਨਹੀਂ ਹੋਣਗੇ, ਪਰ ਇਹ ਵੋਟਾਂ ਲੈਣ ਲਈ ਇੱਕ ਸ਼ਾਰਟ ਟਰਮ ਜਿਹਾ ਕਦਮ ਲੱਗਦਾ ਹੈ।
ਲੰਬੇ ਸਮੇਂ ਦੇ ਵਿੱਚ ਨਾ ਤਾਂ ਇਹ ਗਰੀਬੀ ਨੂੰ ਦੂਰ ਕਰਨ ਵਿੱਚ ਮਦਦ ਦੇਵੇਗਾ, ਨਾ ਹੀ ਪਿੰਡਾਂ ਦੀ ਆਰਥਿਕ ਹਾਲਤ ਅਤੇ ਉਤਪਾਦਕਤਾ ਵਿੱਚ ਕੋਈ ਵਾਧਾ ਕਰੇਗਾ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰਾਈਮ ਇੱਥੇ ਖਤਮ ਕਰਦੇ ਹਾਂ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਨਮਸਕਾਰ, ਸਤਿ ਸ਼੍ਰੀ ਅਕਾਲ।